ਜਿਹੜਾ ਉਹ ਪ੍ਰਾਈਵੇਟ ਸੈਕਟਰ ਨੂੰ ਦੇ ਦੇਣਾ ਚਾਹੁੰਦੇ ਆ। LPU ਤਾਂ ਚੱਲੂਗੀ ਜੇ ਪੰਜਾਬੀ ਯੂਨੀਵਰਸਿਟੀ ਬੰਦ ਹੋਊਗੀ, ਚਿਤਕਾਰਾ ਤਾਂ ਚੱਲੂਗੀ ਜੇ ਪੰਜਾਬ ਯੂਨੀਵਰਸਿਟੀ ਬੰਦ ਹੋਊਗੀ। ਇਹ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਨੇ ਤਾਂ ਚੱਲਣਗੀਆਂ ਜੇ ਪਬਲਿਕ ਸੈਕਟਰ ਜਿਹੜਾ ਆ ਉਹ ਮਰੇਗਾ। ਉਹਨਾਂ ਵਿਦਿਆਰਥੀਆਂ ਨਾਲ ਜ਼ਿਆਦਾ ਕਾਬਲੀਅਤ ਰੱਖਦੇ ਆ ਜਿਹੜੇ ਲਾਇਬ੍ਰੇਰੀਆਂ ਦੇ ਵਿੱਚ ਬਹਿ ਕੇ ਸਿਰਫ ਤਿਆਰੀ ਕਰਦੇ ਆ, ਖੋਜ ਨਹੀਂ ਕਰ ਰਹੇ। ਅਸੀਂ ਜਦੋਂ ਖੋਜ ਦੀ ਗੱਲ ਕਰਦੇ ਤਾਂ ਅਸੀਂ ਇਹਨੂੰ ਚੂਜ਼ ਕੀਤਾ, ਬਾਈ ਪ੍ਰੋਫੈਸ਼ਨ ਅਸੀਂ ਇਹਨੂੰ ਚੂਜ਼ ਕੀਤਾ ਕਿ ਅਸੀਂ ਸਮਾਜ ਲਈ ਕੁਝ ਕਰਨਾ। ਦਾ ਪੂਰਾ ਜ਼ੋਰ ਇਸ ਉਹਦੇ ਤੇ ਲੱਗਿਆ ਹੋਇਆ ਕਿ ਇਹਨੂੰ ਡਿਗਰੀ ਕਾਲਜ ਕਿਵੇਂ ਬਣਾਈਏ, ਇੱਥੇ ਖੋਜ ਦਾ ਜਿਹੜਾ ਕੰਮ ਉਹਨੂੰ ਕਿਵੇਂ ਰੋਕੀਏ। ਜੇਬਾਂ ਦੇ ਉੱਤੇ ਫੀਸਾਂ ਵਧਾ ਕੇ ਡਾਕਾ ਮਾਰ ਰਹੇ ਹੋ, ਫਿਰ ਉੱਤੋਂ GST ਲਾ ਰਹੇ ਹੋ, ਵੱਡੇ ਤੋਂ ਵੱਡੇ ਤਾਨਾਸ਼ਾਹਾਂ ਨੂੰ ਕੁਰਸੀ ਤੋਂ ਲਾ ਕੇ ਪਰਾਂ ਮਾਰਦੇ ਆ। ਇਹੀ ਜਿਹੜੀ ਹੈ ਉਹ ਨਾ ਤਾਂ ਸਰਕਾਰ ਚਾਹੁੰਦੀ ਹੈ, ਨਾ ਉਹਦੇ ਗੋਡਫਾਦਰ ਚਾਹੁੰਦੇ ਆ। ਵੱਡੇ ਕੰਮ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਕ੍ਰਾਂਤੀਕਾਰੀ ਜਿਹੜਾ ਮੂੜਾ ਲੈ ਕੇ ਆਉਣਗੇ, ਸਾਨੂੰ ਤਾਂ ਕਿਤੇ ਨਹੀਂ ਦਿਖਦਾ। ਇਸ ਵਕਤ ਅਸੀਂ ਪੰਜਕਰ ਜ਼ਰੂਰ ਹੈ ਕਿ ਸਾਡਾ ਭਵਿੱਖ ਧੁੰਦਲਾ। ਮੇਰੇ ਨਾਲ ਪੰਜਾਬ ਦੀ ਪੋਲਿਟਿਕਸ ਜਿਹੜੀ ਹੈ, ਸਟੂਡੈਂਟ ਪੋਲਿਟਿਕਸ, ਵਿਦਿਆਰਥੀ ਰਾਜਨੀਤੀ, ਉਸ ਦੇ ਵਿੱਚ ਸਰਗਰਮ ਆਗੂ ਖੜੇ ਨੇ। ਇਹਨਾਂ ਨਾਲ ਗੱਲ ਕਰਨੀ ਤਾਂ ਜ਼ਰੂਰੀ ਹੈ ਕਿਉਂਕਿ ਸਿਆਸੀ ਬੰਦੇ ਨੇ ਜਿਹੜੇ ਉਹ ਆਪਣੀਆਂ ਹੋਰ ਸਰਗਰਮੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਦੇ ਵਿੱਚ ਉਲਝੇ ਹੋਏ ਨੇ। ਪਰ ਮੇਰੇ ਨਾਲ AISF ਦੇ ਸੂਬਾ ਸਕੱਤਰ ਵਰਿੰਦਰ ਨੇ। ਵਰਿੰਦਰ, ਤੁਸੀਂ ਪੰਜਾਬ ਦੀ ਵਿਦਿਆਰਥੀ ਰਾਜਨੀਤੀ ਨੂੰ ਵੀ ਦੇਖਦੇ ਹੋ, ਵਿੱਚ ਵਿਚਰਦੇ ਵੀ ਹੋ। ਇਹਨਾਂ ਸਾਰੀਆਂ ਸਮੱਸਿਆਵਾਂ ਤੇ ਚਰਚਾ ਜਿੰਨੀ ਮਰਜ਼ੀ ਕਰ ਲਈਏ, ਪਰ ਗੱਲ ਉੱਥੇ ਆਉਂਦੀ ਹੈ ਕਿ ਇਹ ਸਾਰੀਆਂ ਸਮੱਸਿਆਵਾਂ ਨੂੰ ਪੰਜਾਬ ਦੀ ਪੋਲਿਟਿਕਸ ਮੋੜਾ ਕਿਉਂ ਨਹੀਂ ਦੇ ਰਹੀ। ਦੇਖੋ, ਸਾਫ਼ ਜਿਹਾ ਮਸਲਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਖੇਤੀ ਕਾਨੂੰਨ ਜਿਹੜੇ ਜਿਨ੍ਹਾਂ ਲਈ ਸਾਡੇ ਕਿਸਾਨ, ਸਾਡੇ ਬਜ਼ੁਰਗ ਉੱਥੇ ਬੈਠੇ ਆ ਦਿੱਲੀ ਦੇ ਬਰੂਹਾਂ ਤੇ 8 ਮਹੀਨੇ ਹੋ ਗਏ, ਉਹ ਇੱਕੋ ਗੱਲ ਕਹਿੰਦੇ ਆ ਕਿ ਕਾਰਪੋਰੇਟਾਂ ਦੇ ਹੱਥ 'ਚ ਦੇਣਾ ਚਾਹੁੰਦੇ ਆ ਸਾਰਾ ਕੁਝ। ਸਾਡੀ ਖੇਤੀ, ਸਾਡੀ ਰੋਟੀ, ਸਾਡਾ ਰੁਜ਼ਗਾਰ, ਸਾਡੀ ਪੜ੍ਹਾਈ, ਸਾਰਾ ਕੁਝ ਜੋ ਵੀ ਹੈ ਉਹ ਕੀ ਕਰਨਾ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ, ਜਿਵੇਂ ਪ੍ਰਿਤਪਾਲ ਨੇ ਪਹਿਲਾਂ ਕਿਹਾ ਕਿ ਸਟਰਕਚਰਲ ਐਡਜਸਟਮੈਂਟ ਪ੍ਰੋਗਰਾਮ, ਸਭ ਕੁਝ ਜਿਹੜਾ ਆ ਧੱਕੇ ਨਾਲ ਜਿਹੜਾ ਆ ਉਹ ਪ੍ਰਾਈਵੇਟ ਸੈਕਟਰ ਨੂੰ ਦੇ ਦੇਣਾ ਚਾਹੁੰਦੇ ਆ। LPU ਤਾਂ ਚੱਲੂਗੀ ਜੇ ਪੰਜਾਬੀ ਯੂਨੀਵਰਸਿਟੀ ਬੰਦ ਹੋਊਗੀ, ਚਿਤਕਾਰਾ ਤਾਂ ਚੱਲੂਗੀ ਜੇ ਪੰਜਾਬ ਯੂਨੀਵਰਸਿਟੀ ਬੰਦ ਹੋਊਗੀ। ਇਹ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਨੇ ਤਾਂ ਚੱਲਣਗੀਆਂ ਜੇ ਪਬਲਿਕ ਸੈਕਟਰ ਜਿਹੜਾ ਆ ਉਹ ਮਰੇਗਾ। ਇਹਦੇ ਲਈ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨਵੇਂ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕੀਤੀ ਗਈ। ਇਹ ਕਿਹਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵਾਈਸ ਚਾਂਸਲਰ ਜਿਹੜਾ ਕਿ ਫਲਾਣੀਆਂ ਯੂਨੀਵਰਸਿਟੀਆਂ ਚੋਂ ਫਲਾਣੇ ਡਿਪਾਰਟਮੈਂਟਾਂ ਚੋਂ ਆਏ ਹੈ, ਉਹ ਮਤਲਬ ਕਿ ਵੀ ਬੜੇ ਵੱਡੇ ਕੰਮ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਕ੍ਰਾਂਤੀਕਾਰੀ ਜਿਹੜਾ ਮੂੜਾ ਲੈ ਕੇ ਆਉਣਗੇ, ਸਾਨੂੰ ਤਾਂ ਕਿਤੇ ਨਹੀਂ ਦਿਖਦਾ। ਸਾਨੂੰ ਤਾਂ ਇਹ ਦਿਖਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੀਆਂ ਫੀਸਾਂ ਵਧਣ ਵਾਲੇ ਪਾਸੇ ਨੂੰ ਤੁਰ ਪਈਆਂ ਨੇ। ਇੱਥੇ 10% ਫੀਸ ਵਧਾਈ ਗਈ ਤੇ ਨਾਲ ਇਹ ਕਿਹਾ ਗਿਆ ਕਿ ਅਸੀਂ ਇਹਨੂੰ ਈਅਰਲੀ ਫੀਸ ਵਧਾਉਣ ਵਾਲੇ ਪਾਸੇ ਨੂੰ ਜਾਵਾਂਗੇ ਤੇ ਇਹ ਵੀ ਕਰਾਂਗੇ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਪਾਸੇ ਮਾਡਲ ਨੂੰ ਜਾਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੀ ਹੈ, ਪੱਕੇ ਅਧਿਆਪਕ ਹੈ ਨਹੀਂਗੇ। ਉੱਥੇ ਕੀ ਹੋ ਰਿਹਾ ਕਿ ਗੈਸਟ ਫੈਕਲਟੀ ਭਰਤੀ ਕੀਤੀ ਜਾਂਦੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ, ਉਹਨਾਂ ਨਾਲ ਕੰਟਰੈਕਟ ਕੀਤੇ ਜਾਂਦੇ ਆ। ਪੱਕਾ ਅਧਿਆਪਕ ਖੋਜ ਨਹੀਂ ਕਰਾ ਸਕਦਾ। ਉੱਥੇ ਇੰਟੀਗ੍ਰੇਟਡ ਕੋਰਸ, ਇੱਥੇ ਵੀ ਇੰਟੀਗ੍ਰੇਟਡ ਕੋਰਸ ਸ਼ੁਰੂ ਕਰ ਰਹੇ ਆ। ਕੀ ਹੈ ਵੀ ਸਾਨੂੰ ਸਕਾਲਰ ਪੜਾਉਣਗੇ, ਸਾਨੂੰ ਗੈਸਟ ਫੈਕਲਟੀ ਪੜਾਉਣਗੇ, ਪਰ ਖੋਜ ਕਿੱਥੇ ਹੋਏਗੀ? ਜਿੰਨੇ ਤੱਕ ਪੱਕੇ ਅਧਿਆਪਕ ਨਹੀਂ ਹੋਣਗੇ ਉਵੇਂ ਖੋਜ ਕਿੱਥੇ ਹੋਊਗੀ? ਆਪਣੇ ਆਪ ਹੀ ਸਿਸਟਮ ਮਰ ਜਾਏਗਾ। ਕੱਲ ਨੂੰ ਜਦੋਂ ਇਹਨੂੰ ਕਾਲਜ ਬਣਾ ਦਿੱਤਾ ਗਿਆ ਇਸ ਯੂਨੀਵਰਸਿਟੀ, ਜਦੋਂ ਇੱਥੇ ਖੋਜ ਨਹੀਂ ਹੋਏਗੀ, ਯੂਨੀਵਰਸਿਟੀ ਦਾ ਮਤਲਬ ਕੀ ਹੈ? ਰਿਸਰਚ ਕਰਾਉਂਦੀ ਹੈ ਯੂਨੀਵਰਸਿਟੀ। ਜੇ ਯੂਨੀਵਰਸਿਟੀ ਰਿਸਰਚ ਨਹੀਂ ਕਰਾਊਗੀ ਤਾਂ ਕੀ ਉਹ ਡਿਗਰੀ ਕਾਲਜ ਹੋਊਗਾ? ਇੱਥੇ ਇਹੀ ਕਰਨ ਨੂੰ ਪਾਸੇ ਚੱਲ ਰਿਹਾ। ਵਿਦਿਆਰਥੀਆਂ ਖੋਜ ਕਰਨ 'ਚ ਦਿੱਕਤ ਕੀ ਹੈ ਇਸ ਵੇਲੇ? ਅਸਲ ਦੇ ਵਿੱਚ ਦਿੱਕਤ ਇਹ ਹੈ ਕਿ ਸਰਕਾਰ ਨੂੰ ਜਿਹੜਾ ਖੋਜਾਰਥੀਆਂ ਤੋਂ ਜਾਂ ਖੋਜ ਤੋਂ ਜਿਹੜਾ ਉਹਨਾਂ ਨੂੰ ਪਹਿਲਾਂ ਫਾਇਦਾ ਹੁੰਦਾ ਸੀ, ਉਹਨੂੰ ਯੂਜ਼ਲੈਸ ਸਮਝ ਰਹੇ ਹੈ। ਬਿਰਲਾ ਅੰਬਾਨੀ ਕਮੇਟੀ ਜਿਹੜੀ ਹੈ ਫਾਰਮ ਹੋਈ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਸੀਂ ਹਾਇਰ ਐਜੂਕੇਸ਼ਨ ਨੂੰ ਛੱਡ ਦਿਓ, ਤੁਸੀਂ ਸਿਰਫ ਗ੍ਰੈਜੂਏਸ਼ਨ ਤੱਕ ਪੜ੍ਹਾਈ ਕਰਾਓ, ਤੁਸੀਂ ਉਸ ਤੋਂ ਉੱਤੇ ਜਿਹੜਾ ਬਜਟ ਘੱਟ ਦਿਓ। ਮਤਲਬ ਕਿ ਤੁਸੀਂ ਦੇਖੋ, ਹਿੰਦੁਸਤਾਨ ਦੀ ਸਰਕਾਰ ਕਮੇਟੀ ਫਾਰਮ ਕਰਦੀ ਹੈ ਤੇ ਕਿਹੜੀ ਕਮੇਟੀ ਹੁੰਦੀ ਹੈ? ਬਿਰਲਾ ਅੰਬਾਨੀ ਕਮੇਟੀ। ਤੁਸੀਂ ਦੇਖੋ ਵੀ ਬਿਰਲਾ ਅੰਬਾਨੀ ਕਾਰਪੋਰੇਟਸ ਜਿਹੜੇ ਆ ਉਹ ਕੀ ਕਹਿਣਗੇ ਵੀ ਕੀ ਸਰਕਾਰ ਨੂੰ ਜਾਂ ਲੋਕਾਂ ਨੂੰ ਇਹਦਾ ਫਾਇਦਾ ਹੋਵੇ? ਨਹੀਂ, ਸਾਡੀ ਜੇਬ ਨੂੰ ਕਿੰਨਾ ਫਾਇਦਾ ਹੁੰਦਾ। ਜੇ ਉਹ ਗ੍ਰੈਜੂਏਸ਼ਨ ਤੱਕ ਪੜ੍ਹਾਈ ਕਰਾਉਂਦੇ ਆ, ਜੇ ਉਹ ਇੰਟੀਗ੍ਰੇਟਡ ਕੋਰਸ ਕਰਾਉਂਦੇ ਆ, ਜਾਂ ਕੋਈ ਇਹੋ ਜਿਹੇ ਹਸਪਿਟੈਲਿਟੀ ਮੈਨੇਜਮੈਂਟ ਇਹ ਵਾਲੇ ਕੋਰਸ ਕਰਾਉਂਦੇ ਆ, ਤਾਂ ਉਹਨਾਂ ਦਾ ਫਾਇਦਾ ਹੋਏਗਾ। ਖੋਜ ਵਾਲੇ ਪਾਸੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣ ਲੱਗਾ ਤੇ ਉਹ ਇਹਨੂੰ ਯੂਜ਼ਲੈਸ ਸਮਝਦੇ ਆ। ਪਰ ਅਸੀਂ ਸਮਝਦੇ ਹਾਂ ਕਿ ਖੋਜ ਇੱਕ ਅਜਿਹੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਖੋਜ ਦੇ ਵਿੱਚ ਆਏ, ਅਸੀਂ ਚੂਜ਼ ਕੀਤਾ। ਜੇ ਅਸੀਂ ਬਾਹਰ ਜਾ ਕੇ ਕੋਈ ਰੇਹੜੀ ਲਾਉਂਦੇ ਜਾਂ ਕੋਈ ਕਿਸੇ ਕੰਪਨੀ ਵਾਲੇ ਪਾਸੇ ਜਾਂਦੇ, ਜਾਂ ਈਵਨ ਕਿ ਅਸੀਂ ਤਿਆਰੀਆਂ ਕਰਨ ਵਾਲੇ ਪਾਸੇ ਜਾਂਦੇ, ਤਾਂ ਕਿਤੇ ਨਾ ਕਿਤੇ ਸਾਨੂੰ ਕੋਈ ਨਾ ਕੋਈ ਜਿਹੜੀਆਂ ਬਹੁਤ ਸਾਰੀਆਂ ਵੈਕੈਂਸੀਆਂ ਦੇ ਵਿੱਚੋਂ ਕੋਈ ਮੁੱਠੀ ਭਰ ਵੈਕੈਂਸੀਆਂ ਖੁੱਲ੍ਹਦੀਆਂ, ਉਹਦੇ 'ਚ ਸਾਨੂੰ ਕਿਤੇ ਨਾ ਕਿਤੇ ਜੌਬ ਮਿਲ ਜਾਂਦੀ, ਕਿਉਂਕਿ ਅਸੀਂ ਮੈਰਿਟ ਰੱਖਦੇ ਹਾਂ, ਅਸੀਂ ਪੜ੍ਹੇ ਹੋਏ ਹਾਂ ਤੇ ਅਸੀਂ ਉਹਨਾਂ ਵਿਦਿਆਰਥੀਆਂ ਨਾਲੋਂ ਉੱਤੇ ਹਾਂ, ਉਹਨਾਂ ਵਿਦਿਆਰਥੀਆਂ ਨਾਲੋਂ ਜ਼ਿਆਦਾ ਕਾਬਲੀਅਤ ਰੱਖਦੇ ਹਾਂ ਜਿਹੜੇ ਲਾਇਬ੍ਰੇਰੀਆਂ ਦੇ ਵਿੱਚ ਬਹਿ ਕੇ ਸਿਰਫ ਤਿਆਰੀ ਕਰ ਰਹੇ ਆ, ਖੋਜ ਨਹੀਂ ਕਰ ਰਹੇ। ਅਸੀਂ ਜਦੋਂ ਖੋਜ ਦੀ ਗੱਲ ਕਰਦੇ ਤਾਂ ਅਸੀਂ ਇਹਨੂੰ ਚੂਜ਼ ਕੀਤਾ, ਬਾਈ ਪ੍ਰੋਫੈਸ਼ਨ ਅਸੀਂ ਇਹਨੂੰ ਚੂਜ਼ ਕੀਤਾ ਕਿ ਅਸੀਂ ਸਮਾਜ ਲਈ ਕੁਝ ਕਰਨਾ, ਅਸੀਂ ਕੁਝ ਖੋਜ ਕੇ ਸੌਖੀ ਕਿਵੇਂ ਬਣਾਉਣੀ ਹੈ। ਹਾਂਜੀ,
ਲੋਕਾਂ ਦੀ ਜ਼ਿੰਦਗੀ ਲਈ ਲੋਕਾਂ ਨੂੰ ਸਮਝਾਉਣਾ ਕਿਵੇਂ ਹੈ ਕਿ ਭਾਈ ਜੇ ਤੁਹਾਡੀ ਐਜੂਕੇਸ਼ਨ ਖੋਈ ਜਾ ਰਹੀ ਹੈ, ਜੇ ਤੁਹਾਡੀ EMPLOYMENT ਖੋਈ ਜਾ ਰਹੀ ਹੈ ਤਾਂ ਉਹਨੂੰ ਕੌਣ ਖੋ ਰਿਹਾ? ਕਿ ਸਰਕਾਰ ਜਾਂ ਸਰਕਾਰ ਜਿਨ੍ਹਾਂ ਦੇ ਜਿਹੜੇ ਸਰਕਾਰ ਦੇ ਜਿਹੜੇ ਆ ਉਹ ਗॉडफादर ਨੇ, ਕੀ ਉਹ ਚਾਹਣਗੇ ਵੀ ਅਸੀਂ ਲੋਕਾਂ ਨੂੰ ਦੱਸੀਏ ਜਾਂ ਪੋਲਿਟਿਕਸ ਲੋਕਾਂ ਨੂੰ ਦੱਸੇ, ਵਿਦਿਆਰਥੀ ਪੋਲਿਟਿਕਸ ਲੋਕਾਂ ਨੂੰ ਦੱਸੇ ਕਿ ਤੁਹਾਡੀ ਜੌਬ ਕੌਣ ਖੋ ਰਿਹਾ, ਜਾਂ ਲਾਇਬ੍ਰੇਰੀਆਂ 'ਚ ਜਿਹੜੇ ਸਾਥੀ ਬੈਠੇ ਉਹਨਾਂ ਨੂੰ ਦੱਸੇ ਵੀ ਤੁਹਾਡੀ EMPLOYMENT ਤੇ ਤੁਹਾਡੀ ਐਜੂਕੇਸ਼ਨ ਕੌਣ ਖੋ ਰਿਹਾ? ਪੰਜਾਬੀ ਯੂਨੀਵਰਸਿਟੀ ਦਾ ਵੀ ਇਹੀ ਹਾਲ ਹੈ। ਪੰਜਾਬੀ ਯੂਨੀਵਰਸਿਟੀ ਦੇ ਨਵੇਂ ਜਿਹੜਾ ਨਵਾਂ ਅਮਲਾ ਭਰਤੀ ਕੀਤਾ ਗਿਆ ਪ੍ਰਸ਼ਾਸਨ ਦਾ, ਇੱਥੇ ਨਵੇਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀਆਂ ਗਈਆਂ, ਉਹਨਾਂ ਦਾ ਪੂਰਾ ਜ਼ੋਰ ਇਸ ਉਹਦੇ ਤੇ ਲੱਗਿਆ ਹੋਇਆ ਕਿ ਇਹਨੂੰ ਡਿਗਰੀ ਕਾਲਜ ਕਿਵੇਂ ਬਣਾਈਏ, ਇੱਥੇ ਖੋਜ ਦਾ ਜਿਹੜਾ ਕੰਮ ਉਹਨੂੰ ਕਿਵੇਂ ਰੋਕੀਏ, ਇੱਥੇ EMPLOYMENT ਜਿਹੜੀ ਹੈ ਰੈਸ਼ਨਲਾਈਜੇਸ਼ਨ ਦੇ ਨਾਂ ਦੇ ਉੱਤੇ EMPLOYMENT ਦਾ ਪੱਠਾ ਕਿਵੇਂ ਬਿਠਾਈਏ। ਹੁਣ ਇੱਕ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਕਹਿਣੀ ਹੈ, ਵਾਈਸ ਚਾਂਸਲਰ ਬੋਲਦੇ ਹੋਏ ਕਹਿੰਦੇ ਆ ਕਿ ਜਿਹੜੀ 90 ਕਰੋੜ ਦੀ ਗ੍ਰਾਂਟ ਪੰਜਾਬੀ ਯੂਨੀਵਰਸਿਟੀ ਵਾਸਤੇ ਜਾਰੀ ਕੀਤੀ ਗਈ ਸੀ, ਇੱਕ ਸਪੈਸ਼ਲ ਗ੍ਰਾਂਟ ਦੇ ਨਾਂ ਦੇ ਉੱਤੇ ਇਨਵਰਟਡ ਕੋਮਿਆਂ ਦੇ ਵਿੱਚ, ਉਹ ਤਾਂ ਮਿਲੇਗੀ ਜੇ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ 10% ਫੀਸ ਜਿਹੜੀ ਆ ਉਹ ਇਨਕਰੀਜ਼ ਕਰ ਦੇਵਾਂਗੇ। ਕਿ ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਜਦੋਂ ਇਹ ਗ੍ਰਾਂਟ ਅਨਾਉਂਸ ਕਰਦੇ ਸੀ ਵਿਧਾਨ ਸਭਾ ਦੇ ਵਿੱਚ, ਉਹਨਾਂ ਨੇ ਸ਼ਰਤ ਰੱਖੀ ਸੀ। ਫਿਰ ਕੀ ਹੈ ਕਿ ਕੋਈ ਗੁਪਤ ਸਮਝੌਤਾ ਹੋਇਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਵਿੱਚ, ਕੋਈ ਗੁਪਤ ਸਮਝੌਤਾ ਹੈ। ਇੱਥੋਂ ਦਾ ਡੀਨ ਅਕੈਡਮਿਕ ਜਿਹੜਾ ਸਾਬਕਾ ਡੀਨ ਅਕੈਡਮਿਕ ਹੈ ਪਿਛਲਾ, ਉਹਦੀ ਵੀਡੀਓ ਇੱਕ ਬੜੀ ਵਾਇਰਲ ਹੋਈ ਸੀ। ਉਹਦੇ 'ਚ ਉਹ ਕਹਿ ਰਿਹਾ ਸੀਗਾ ਕਿ ਸਾਨੂੰ 90 ਕਰੋੜ ਤਾਂ ਮਿਲਣਾ ਜੇ ਅਸੀਂ ਸਾਰੀਆਂ ਵੈਕੈਂਸੀਆਂ ਫਰੀਜ਼ ਕਰਾਂਗੇ। ਮਤਲਬ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ 90 ਕਰੋੜ ਦੇ ਨਾਂ ਤੇ, ਤੁਸੀਂ ਉਹਨਾਂ ਦਾ ਰੁਜ਼ਗਾਰ ਖੋ ਰਹੇ ਹੋ, ਤੁਸੀਂ ਉਹਨਾਂ ਦੀ ਜੇਬਾਂ ਦੇ ਉੱਤੇ ਫੀਸਾਂ ਵਧਾ ਕੇ ਡਾਕਾ ਮਾਰ ਰਹੇ ਹੋ, ਫਿਰ ਉੱਤੋਂ GST ਲਾ ਰਹੇ ਹੋ। ਮਤਲਬ ਕਿ ਤੁਸੀਂ ਐਜੂਕੇਸ਼ਨ ਤੁਹਾਡੀ ਪ੍ਰਾਇੋਰਟੀ ਲਿਸਟ ਦੇ ਉੱਤੇ ਨਹੀਂਗਾ, ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ। ਐਜੂਕੇਸ਼ਨ ਜਿਹੜਾ ਆ ਲੋਕਾਂ ਨੂੰ ਜਾਗਰਤ ਕਰਦਾ ਹੈ। ਐਜੂਕੇਸ਼ਨ ਜੇ ਉਹਨਾਂ ਕੋਲ ਜਾਂਦੀ ਹੈ ਤਾਂ ਉਹ ਵੱਡੇ ਤੋਂ ਵੱਡੇ ਜਿਹੜੇ ਆ ਉਹ ਸਮਾਜ ਉਹਨਾਂ ਨੂੰ ਚੇਂਜ ਕਰਨ ਵਾਲੇ ਪਾਸੇ ਜਾਂਦੇ ਆ, ਵੱਡੇ ਤੋਂ ਵੱਡੇ ਤਾਨਾਸ਼ਾਹਾਂ ਨੂੰ ਕੁਰਸੀ ਤੋਂ ਲਾ ਕੇ ਪਰਾਂ ਮਾਰਦੇ ਆ। ਇਹੀ ਜਿਹੜੀ ਆ ਉਹ ਨਾ ਤਾਂ ਸਰਕਾਰ ਚਾਹੁੰਦੀ ਹੈ, ਨਾ ਉਹਦੇ ਗॉडफादर ਚਾਹੁੰਦੇ ਆ, ਕਿਉਂਕਿ ਉਹਨਾਂ ਦੇ ਜਿਹੜੇ ਆ ਉਹ ਘਰ ਲੁੱਟੇ ਜਾਣੇ ਆ। ਜਿੰਨਾ ਲੋਕਾਂ ਨੂੰ ਲੁੱਟ ਕੇ ਜਿਹੜੇ ਉਹਨਾਂ ਨੇ ਆਪਦੀਆਂ ਦੌਲਤਾਂ ਬਣਾਈਆਂ ਹੋਈਆਂ, ਆਪਦੇ ਅੰਪਾਇਰ ਖੜੇ ਕੀਤੇ ਹੋਏ ਆ, ਉਹ ਖਤਮ ਹੋਣੇ ਆ। ਤਾਂ ਕਰਕੇ ਜਿਹੜਾ ਆ ਪੰਜਾਬੀ ਯੂਨੀਵਰਸਿਟੀ ਦੇ ਉੱਤੇ, ਪੰਜਾਬ ਯੂਨੀਵਰਸਿਟੀ ਦੇ ਉੱਤੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੀ ਬਣਾ ਦਿੱਤੀ ਗਈ ਹੈ ਜੇ ਉਹਨੂੰ ਸਹੀ ਮਾਇਨਿਆਂ ਦੇ ਵਿੱਚ ਦੇਖੀਏ, ਇਹੋ ਜਿਹੀਆਂ ਯੂਨੀਵਰਸਿਟੀਆਂ ਦੇ ਉੱਤੇ, ਪਬਲਿਕ ਸੈਕਟਰ ਦੀ ਐਜੂਕੇਸ਼ਨ ਦੇ ਉੱਤੇ ਰੋਜ਼ ਜਿਹੜਾ ਅਟੈਕ ਹੁੰਦਾ, ਹਰ ਮਿੰਟ ਅਟੈਕ ਕੀਤਾ ਜਾਂਦਾ। ਤਾਂ ਅਸੀਂ ਗੱਲ ਕਰ ਰਹੇ ਸੀ ਇਹਨਾਂ ਵਿਦਿਆਰਥੀਆਂ ਦੇ ਨਾਲ, ਖੁਜਾਰਥੀਆਂ ਦੇ ਨਾਲ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਉਹ ਨਾਮ ਹੈ ਜਿੱਥੋਂ ਉਮੀਦ ਜਾਗਦੀ, ਆਸ ਜਾਗਦੀ ਹੈ ਕਿ ਕੁਝ ਸਮੱਸਿਆਵਾਂ ਹੱਲ ਕਰਨ ਦੇ ਲਈ ਇੱਕ ਰਾਹ ਪੱਧਰਾ ਕੀਤਾ ਜਾਵੇਗਾ, ਪਰ ਇਸ ਤਰ੍ਹਾਂ ਨਹੀਂ ਹੋ ਰਿਹਾ। ਸਮੱਸਿਆਵਾਂ ਸਾਰੀਆਂ ਵਿਦਿਆਰਥੀਆਂ ਨੇ, ਖੁਜਾਰਥੀਆਂ ਨੇ ਸਾਹਮਣੇ ਰੱਖ ਦਿੱਤੀਆਂ ਨੇ, ਪਰ ਆਖਰਕਾਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਐਜੂਕੇਸ਼ਨ ਨੂੰ, ਸਿੱਖਿਆ ਨੂੰ ਪਹਿਲ ਕਦੋਂ ਦਿੱਤੀ ਜਾਵੇਗੀ, ਇਹਨਾਂ ਸਮੱਸਿਆਵਾਂ ਦਾ ਹੱਲ ਕਦੋਂ ਕੀਤਾ ਜਾਵੇਗਾ। ਸਾਰੇ ਮਸਲਿਆਂ ਦੇ ਉੱਤੇ ਪੋਲਿਟਿਕਸ ਹੋ ਰਹੀ ਹੈ, ਬਿਜਲੀ ਸਮਝੌਤਿਆਂ ਤੇ ਗੱਲ ਹੋ ਰਹੀ ਹੈ, ਹੋਰ ਬਹੁਤ ਸਾਰੇ ਮੁੱਦਿਆਂ ਤੇ ਹੋ ਰਹੀ ਹੈ, ਪਰ ਜਦੋਂ ਨੌਜਵਾਨਾਂ ਦੀ ਗੱਲ ਆਉਂਦੀ ਹੈ, ਉਹਨਾਂ ਦੇ ਰੁਜ਼ਗਾਰ ਦੀ ਤੇ ਸਿੱਖਿਆ ਦੀ, ਉੱਥੇ ਚੁੱਪ ਵੱਟ ਲਈ ਜਾਂਦੀ ਹੈ। ਜੇ ਆਉਂਦੀ ਵੀ ਹੈ ਤਾਂ ਉਸ ਨੂੰ ਕਿਵੇਂ ਗੁੰਮਰਾਹ ਕਰਕੇ ਹੋਰ ਪਾਸੇ ਨੂੰ ਤੋਰ ਦਿੱਤਾ ਜਾਂਦਾ। ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਬਣਦੇ ਨੇ, ਕਿਉਂਕਿ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਸੌਖੀ ਕਰਨ ਦੇ ਲਈ ਕੰਮ ਕੀਤਾ ਜਾਵੇ। ਇਸੇ ਉਮੀਦ ਦੇ ਨਾਲ ਕਿ ਸਾਰੀਆਂ ਸਮੱਸਿਆਵਾਂ ਹੱਲ ਹੋਣਗੀਆਂ। ਅਗਲੇ ਔਰ ਯੂਨੀਵਰਸਿਟੀਆਂ ਸਿੱਖਿਆ ਅਦਾਰਿਆਂ ਦੇ ਵਿੱਚ ਤੁਹਾਨੂੰ ਫੇਰ ਮਿਲਾਂਗੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੰਦੀਪ ਲਾਦੂਕਾ, ਰੋਜ਼ਾਨਾ ਸਪੋਕਸਮੈਨ, ਪੰਜਾਬੀ ਯੂਨੀਵਰਸਿਟੀ ਪਟਿਆਲਾ।